ਤੇ ਕਰਜ਼ਾ ਬਣ ਗਿਆ 1.5 ਕਰੋੜ ਦਾ। ਜਦੋਂ ਕਰਜ਼ਾ 1.5 ਕਰੋੜ ਦਾ ਹੋ ਗਿਆ ਤੇ ਮੈਨੂੰ ਹੁਣ ਸਮਝ ਲੱਗੀ ਕਿ ਹੁਣ ਮੇਰੀ ਵਾਰੀ ਆਈ ਹੈ ਮਰਨ ਦੀ। ਤੇ ਇਹ ਵਾਲਾ 1.5 ਕਰੋੜ ਦਾ ਕਰਜ਼ਾ ਮੇਰੇ ਬੱਚਿਆਂ ਤੇ ਜਾਏਗਾ। ਸਟੋਰੀ ਸ਼ੁਰੂ ਹੁੰਦੀ ਹੈ ਮੇਰੇ ਦਾਦਾ ਜੀ ਤੋਂ, ਮੇਰੇ ਗ੍ਰੈਂਡਫਾਦਰ ਤੋਂ, ਬਹੁਤ ਪਹਿਲੇ, ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ। ਉਹਨਾਂ ਨੇ 20 ਇਅਰਸ ਕੋਈ ਕੰਮ ਨਹੀਂ ਕੀਤਾ, ਕੋਈ ਬਿਜ਼ਨਸ ਨਹੀਂ ਕੀਤਾ, ਸਿਰਫ ਸਮਾਜ ਸੇਵਾ ਕੀਤੀ। ਲੇਕਿਨ ਉਹ 20 ਸਾਲਾਂ ਦੇ ਵਿੱਚ ਰੋਟੀ ਕਿਸ ਤਰ੍ਹਾਂ ਚੱਲੀ, ਪਰਿਵਾਰ ਕਿਸ ਤਰ੍ਹਾਂ ਚੱਲਿਆ। ਬਹੁਤ ਜ਼ਿਆਦਾ ਜਾਇਦਾਦ ਸੀ, ਬੜੀ ਪ੍ਰਾਪਰਟੀ ਸੀ, ਹਰ ਸਾਲ ਇੱਕ ਮਕਾਨ ਵੇਚ ਲੈਂਦੇ ਸੀ ਔਰ ਪੂਰਾ ਸਾਲ ਆਪਣਾ ਘਰ ਚਲਾ ਲੈਂਦੇ ਸੀ। ਕਰਦੇ ਕਰਦਿਆਂ ਤਕਰੀਬਨ 20-25 ਸਾਲ ਨਿਕਲ ਗਏ ਤੇ ਸਾਰਾ ਪੈਸਾ ਖਤਮ ਹੋ ਗਿਆ। 10,000 ਰੁਪਏ ਦਾ ਕਰਜ਼ਾ ਹੋ ਗਿਆ ਐਂਡ ਉਹ ਚੱਲ ਬਸੇ। ਹੁਣ ਉਹ 10,000 ਦਾ ਕਰਜ਼ਾ ਮੇਰੇ ਫਾਦਰ ਤੇ ਆ ਗਿਆ। ਮੇਰੇ ਫਾਦਰ ਨੇ ਆਪਣਾ ਵਪਾਰ ਸ਼ੁਰੂ ਕੀਤਾ, ਆਪਣਾ ਵਿਆਹ ਕਰਾਇਆ, ਪੜ੍ਹਾਈ ਕੀਤੀ, ਭੈਣਾਂ ਭਰਾਵਾਂ ਦੇ ਵਿਆਹ ਕਰਾਏ, ਪੜ੍ਹਾਈ ਕੀਤੀ ਔਰ ਉਹ ਕਰਜ਼ਾ ਵੱਧਦਾ ਤਕਰੀਬਨ 20 ਲੱਖ ਤੇ ਪਹੁੰਚ ਗਿਆ। ਜਦੋਂ ਕਰਜ਼ਾ 20 ਲੱਖ ਤੇ ਪਹੁੰਚ ਗਿਆ ਤੇ ਮੇਰੇ ਫਾਦਰ ਵੀ ਚੱਲ ਬਸੇ ਔਰ ਉਹ 20 ਲੱਖ ਦਾ ਕਰਜ਼ਾ ਮੇਰੇ ਤੇ ਆ ਗਿਆ। ਹੁਣ ਸੇਮ ਚੀਜ਼ ਮੇਰੇ ਨਾਲ ਹੋਣੀ ਸ਼ੁਰੂ ਹੋ ਗਈ, ਕਿਉਂਕਿ ਇੱਕ ਵਾਰੀ ਕਰਜ਼ਾ ਸਿਰ ਦੇ ਉੱਤੇ ਆ ਜਾਵੇ, ਉਹਦੇ ਵਿਆਜਾਂ, ਉਹਦੇ ਖਰਚੇ, ਉਹਦਾ ਲੈਣਦਾਰਾਂ ਦਾ ਪ੍ਰੈਸ਼ਰ ਤੁਹਾਨੂੰ ਕਦੀ ਵੀ ਲਾਈਫ ਦੇ ਵਿੱਚ ਅੱਗੇ ਨਹੀਂ ਵਧਣ ਦਿੰਦਾ, ਉਸ ਕਰਜ਼ੇ ਤੋਂ ਮੁਕਤ ਨਹੀਂ ਹੋਣ ਦਿੰਦਾ। ਸੋ 20 ਲੱਖ ਦਾ ਜਿਹੜਾ ਕਰਜ਼ਾ ਸੀ ਨਾ ਮੇਰੇ ਉੱਤੇ, ਉਹਨੇ ਵਧਣਾ ਸ਼ੁਰੂ ਕਰ ਦਿੱਤਾ ਤੇ ਕਰਜ਼ਾ ਬਣ ਗਿਆ 1.5 ਕਰੋੜ ਦਾ। ਜਦੋਂ ਕਰਜ਼ਾ 1.5 ਕਰੋੜ ਦਾ ਹੋ ਗਿਆ ਤੇ ਮੈਨੂੰ ਹੁਣ ਸਮਝ ਲੱਗੀ ਕਿ ਹੁਣ ਮੇਰੀ ਵਾਰੀ ਆਈ ਹੈ ਮਰਨ ਦੀ। ਇਹ ਵਾਲਾ 1.5 ਕਰੋੜ ਦਾ ਕਰਜ਼ਾ ਮੇਰੇ ਬੱਚਿਆਂ ਤੇ ਜਾਏਗਾ। ਉਹਨਾਂ ਦਿਨਾਂ ਦੇ ਵਿੱਚ ਹੀ ਤਕਰੀਬਨ ਇੰਨੇ ਕਰਜ਼ੇ ਦੇ ਉੱਤੇ 2 ਮੇਰੇ ਦੋਸਤ ਆਤਮ ਹੱਤਿਆ ਕਰ ਚੁੱਕੇ ਸਨ। ਕਿਉਂਕਿ ਸਿਰਫ ਮੈਂ ਸਮਝ ਸਕਦਾ, ਮੈਂ ਮਹਿਸੂਸ ਕਰ ਸਕਦਾ, ਸ਼ਬਦਾਂ ਦੇ ਵਿੱਚ, ਲਫ਼ਜ਼ਾਂ 'ਚ ਬਿਆਨ ਨਹੀਂ ਕਰ ਪਾਵਾਂਗਾ ਕਿ ਜਦੋਂ ਲੋਕਾਂ ਦੇ ਪੈਸੇ ਦੇਣੇ ਹੁੰਦੇ ਆ, ਲੋਕ ਸਾਹਮਣੇ ਆ ਕੇ ਖੜੇ ਹੋ ਜਾਂਦੇ ਆ, ਲੋਕ ਪੈਸੇ ਲੈਣ ਦਾ ਤਕਾਜ਼ਾ ਕਰਦੇ ਆ, ਉਸ ਵੇਲੇ ਇੱਕੋ ਹੀ ਦਿਲ ਕਰਦਾ ਹੈ ਕਿ ਧਰਤੀ ਫਟ ਜਾਵੇ, ਅਸੀਂ ਇਹਦੇ ਵਿੱਚ ਸਮਾ ਜਾਈਏ। ਕਿਉਂਕਿ ਉਹ ਜਿਹੜੀ ਸ਼ਰਮਿੰਦਗੀ ਹੈ, ਜਿਹੜੀ ਉਹ ਜ਼ਿੱਲਤ ਸਹਿਣੀ ਪੈਂਦੀ ਹੈ ਨਾ, ਉਹ ਕਿਸੇ ਵੀ ਦੁੱਖ ਤੋਂ ਛੋਟੀ ਨਹੀਂ ਹੈ। ਤੇ ਮੈਂ ਉਸ ਜ਼ਿੱਲਤ 'ਚ ਫਸ ਚੁੱਕਾ ਸੀ। ਲੇਕਿਨ ਮੈਂ ਡਿਸਾਈਡ ਕੀਤਾ ਕਿ ਮੈਂ ਨਹੀਂ ਮਰਨਾ ਤੇ ਮੈਂ 1.5 ਕਰੋੜ ਰੁਪਏ ਦਾ ਕਰਜ਼ਾ ਆਪਣੇ ਬੱਚਿਆਂ ਤੇ ਟ੍ਰਾਂਸਫਰ ਨਹੀਂ ਕਰਨਾ। ਸੋ ਪਹਿਲੀ ਚੀਜ਼ ਦਿਮਾਗ ਦੇ ਵਿੱਚ ਆਈ ਕਿ ਜੇ ਅਸੀਂ ਅੱਜ ਦੁਖੀ ਹੈਗੇ ਆ, ਜੇ ਸਾਨੂੰ ਅੱਜ ਕੋਈ ਫਿਕਰ ਮਿਲਿਆ, ਇਹਦਾ ਮਤਲਬ ਕਿ ਰੱਬ ਸਾਡੇ ਤੇ ਮਿਹਰਬਾਨ ਹੈਗਾ, ਕਿਉਂਕਿ ਫਿਕਰ ਔਰ ਦੁੱਖ ਸਿਰਫ ਜ਼ਿੰਦਾ ਇਨਸਾਨ ਨੂੰ ਹੀ ਮਿਲ ਸਕਦਾ ਹੈ। ਦੂਸਰੀ ਚੀਜ਼ ਦਿਮਾਗ 'ਚ ਆਈ ਕਿ 1.5 ਕਰੋੜ ਰੁਪਇਆ ਲੋਕਾਂ ਦਾ ਦੇਣਾ ਹੈ, ਲੋਕਾਂ ਨੂੰ ਜਵਾਬ ਕੀ ਦਈਏ। ਫਿਰ ਪਰਿਵਾਰ ਦੇ ਵਿੱਚ ਇੱਕ ਦੂਸਰੇ ਨੂੰ ਮੋਟੀਵੇਸ਼ਨ ਸ਼ੁਰੂ ਹੋ ਗਈ, ਜੋ ਹੋਣਾ ਸੀ ਤੇ ਹੋ ਚੁੱਕਾ ਹੈ, ਉਹਨੂੰ ਬਦਲ ਤਾਂ ਸਕਦੇ ਨਹੀਂ। ਸੋ ਮਰਨ ਨਾਲੋਂ ਚੰਗਾ ਨਹੀਂਗਾ, ਉਸੇ ਦੁੱਖ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿਓ। ਸੋ ਮੈਂ ਮਹਿਸੂਸ ਕੀਤਾ ਕਿ ਜਦੋਂ ਮੈਂ ਉਸ ਦੁੱਖ ਨੂੰ, ਉਸ ਫਿਕਰ ਨੂੰ, ਉਸ ਚਿੰਤਾ ਨੂੰ ਇੰਜੋਏ ਕਰਨਾ ਸ਼ੁਰੂ ਕੀਤਾ, ਉਸ ਵੇਲੇ ਫਿਕਰ ਦਾ ਪ੍ਰੈਸ਼ਰ ਘਟ ਗਿਆ, ਯਾਨੀ ਕਹਿ ਸਕਦੇ ਹਾਂ ਕਿ ਧੂਏ 'ਚ ਉਡਾਉਣਾ ਸ਼ੁਰੂ ਕਰ ਦਿੱਤਾ। ਸੋ ਮੈਨੂੰ ਪਤਾ ਸੀ ਇਸ ਦੁੱਖ ਦੀ ਅਗਰ ਸ਼ੁਰੂਆਤ ਹੈਗੀ ਹੈ ਤੇ ਇਹਦਾ ਇੱਕ ਐਂਡ ਵੀ ਤੇ ਆਏਗਾ। ਸੋ ਉਹ ਐਂਡ ਆਇਆ, ਪੂਰੇ ਬਿਜ਼ਨਸ ਨੂੰ ਮੈਨੇਜ ਕੀਤਾ, ਲੋਕਾਂ ਦੇ ਪੈਸੇ ਦਿੱਤੇ। ਇਹ ਸਾਰੇ ਦੌਰਾਨ ਇੱਕ ਪੋਲੀਟੀਸ਼ੀਅਨ, ਉਹਦਾ ਪੈਸਾ ਮੇਰੇ ਕੋਲ ਸੀ, ਉਹਨੇ ਮੈਨੂੰ ਕਿਹਾ ਜੀ ਕਿ ਸਭ ਦੇ ਪੈਸੇ ਬਾਅਦ 'ਚ ਦੇਣਾ, ਪਹਿਲੇ ਪੈਸੇ ਮੇਰੇ ਵਾਪਸ ਕਰ ਦਿਓ। ਮੈਂ ਕਿਹਾ ਸਰ ਪੋਸੀਬਲ ਨਹੀਂ ਹੈ, ਸਭ ਦੇ ਪੈਸੇ ਦੇਣੇ ਆ, ਸਾਰਿਆਂ ਨੂੰ ਹੌਲੀ ਹੌਲੀ ਕਰਕੇ ਦੇ ਹੀ ਚੱਲਾਂਗਾ। ਕਹਿੰਦੇ ਫਿਰ ਤੁਹਾਨੂੰ ਮੈਂ ਆਪਣਾ ਜ਼ੋਰ ਦਿਖਾ ਸਕਦਾ। ਮੇਰੇ ਦਿਮਾਗ 'ਚ ਯਾਰ ਕੀ ਜ਼ੋਰ ਦਿਖਾ ਲਏਗਾ, ਇੱਕ ਪੋਲੀਟੀਸ਼ੀਅਨ ਹੈ, ਸਾਡਾ ਸਾਰਾ ਬੁੱਕਸ ਦੇ ਵਿੱਚ ਕੰਮ ਹੈ, 1 ਨੰਬਰ ਦਾ ਕੰਮ ਹੈ, ਜੋ ਦੇਣਾ ਹੈ ਉਹ ਇੱਕ ਸਿਵਲ ਕੇਸ ਹੋ ਜਾਏਗਾ, 4 ਸਿਵਲ ਕੇਸ ਹੋ ਜਾਣਗੇ, ਹੋਰ ਕੀ ਹੋ ਜਾਏਗਾ। ਮੈਂ ਕਿਹਾ ਵੱਧ ਤੋਂ ਵੱਧ ਕੀ ਕਰ ਲੋਗੇ ਯਾਰ, ਕਚਹਿਰੀ 'ਚ ਕੇਸ ਹੀ ਕਰ ਲੋਗੇ ਨਾ। ਉਹ ਕਹਿੰਦੇ ਤੁਹਾਡੇ ਵਾਸਤੇ ਕਚਹਿਰੀਆਂ ਹੈਗੀਆਂ, ਸਾਡੇ ਵਾਸਤੇ ਤੇ ਡਰਾਇੰਗ ਰੂਮ ਹੁੰਦੇ ਨੇ। ਮੈਨੂੰ ਨਹੀਂ ਸੀ ਪਤਾ ਕਿ ਪੋਲੀਟੀਸ਼ੀਅਨ ਦੀ ਕੀ ਤਾਕਤ ਹੁੰਦੀ ਹੈ। 16-17 ਕੇਸਿਸ, ਸਿਰਫ ਕੇਸਿਸ ਨਹੀਂ, ਝੂਠੇ ਸੱਚੇ ਕੇਸਿਸ, ਯਾਨੀ ਮੈਂ ਕਿਸੇ ਦੇ ਪੈਸੇ ਦੇਣੇ ਹੈ ਔਰ ਮੇਰੇ ਤੇ ਕੇਸ ਕੀ ਬਣ ਰਹੇ ਨੇ, ਕੇਸ ਬਣ ਰਹੇ ਨੇ ਕਿ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਹਥਿਆਰ ਰੱਖਣ ਦੀ ਕੋਸ਼ਿਸ਼ ਕੀਤੀ, ਹਰ ਤਰ੍ਹਾਂ ਦਾ ਕੇਸ। ਔਰ ਉਹ 16-17 ਕੇਸਿਸ ਨੇ ਸਾਡੇ ਪਰਿਵਾਰ ਨੂੰ ਪਲਵਰਾਈਜ਼ ਕਰ ਦਿੱਤਾ। ਪਲਵਰਾਈਜ਼ ਕਰਨਾ ਸਮਝਦੇ ਹੋਵੋਗੇ ਤੁਸੀਂ, ਪਾਊਡਰ ਕਰ ਦਿੱਤਾ। ਯਾਨੀ ਪਾਊਡਰ ਨੂੰ ਫੇਰ ਵੀ ਸਮੇਟ ਸਕਦੇ ਹਾਂ, ਜਦੋਂ ਪਲਵਰਾਈਜ਼ ਹੋ ਜਾਂਦਾ ਨਾ, ਇੰਨਾ ਬਰੀਕ ਪਾਊਡਰ ਹੋ ਗਿਆ ਕਿ ਅਸੀਂ ਸਿਮਟਨ ਜੋਗੇ ਨਹੀਂ ਰਹਿ ਗਏ। ਹਾਲਾਤ ਇਸ ਤਰ੍ਹਾਂ ਹੋ ਗਏ ਕਿ ਅਲਟੀਮੇਟਲੀ ਪੁਲਿਸ ਨੂੰ ਵੀ ਹਥਿਆਰ ਛੱਡਨੇ ਪਏ ਔਰ ਉਹਨਾਂ ਨੇ
ਮੈਨੂੰ ਅਰੈਸਟ ਕੀਤਾ। ਅਗਲੇ ਦਿਨ ਮੇਰਾ ਪਰਿਵਾਰ ਮੈਨੂੰ ਮਿਲਣ ਆਇਆ ਤੇ ਥੋੜਾ ਅੱਖਾਂ 'ਚ ਪਾਣੀ ਸੀ। ਮੈਂ ਕਿਹਾ ਯਾਰ ਰੋ ਕਿਉਂ ਰਹੇ ਹੋ? ਕਹਿੰਦੇ ਤੁਹਾਨੂੰ ਇਹ ਵਾਲੇ ਦਿਨ ਦੇਖਣੇ ਪਏ। ਮੈਂ ਕਿਹਾ ਇਹਦੇ ਮਗਰ ਕੁਛ ਨਾ ਕੁਛ ਚੰਗਾ ਹੋਏਗਾ। ਰੱਬ ਨੇ ਅਗਰ ਬਿਨਾਂ ਕਿਸੇ ਕਸੂਰ ਦੇ ਸਾਨੂੰ ਅਗਰ ਸਲਾਖਾਂ ਦੇ ਪਿੱਛੇ ਭੇਜਿਆ ਤੇ ਸ਼ਾਇਦ ਕੁਛ ਨਾ ਕੁਛ ਇਹਦੇ 'ਚ ਉਹਦੀ ਮਰਜ਼ੀ ਹੋਏਗੀ, ਕੁਛ ਚੰਗਾ ਨਿਕਲੇਗਾ। ਤੇ ਯਕੀਨ ਮੰਨਣਾ ਚੰਗਾ ਕੀ ਨਿਕਲਿਆ। ਮੈਨੂੰ ਲੱਗਾ ਕਿ ਜੇਲ੍ਹ ਦੇ ਅੰਦਰ ਜਿਹੜੇ 1000-1500 ਕੈਦੀ ਬੈਠੇ ਆ ਨਾ, ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਕੌਣ ਆਂਦਾ? ਕਿਹੜਾ ਮੋਟੀਵੇਸ਼ਨ ਸਪੀਕਰ ਜੇਲ੍ਹ ਦੇ ਅੰਦਰ ਆ ਕੇ ਬੋਲਦਾ? ਰੱਬ ਨੇ ਮੇਰੀ ਡਿਊਟੀ ਲਗਾਈ ਕਿ TS ਮਦਾਨ ਤੂੰ ਹੁਣ ਕੁਛ ਦਿਨ ਜਿੰਨੀ ਦੇਰ ਤੂੰ ਅੰਦਰ ਹੈ ਨਾ, ਇਹਨਾਂ ਲੋਕਾਂ ਨੂੰ ਮੋਟੀਵੇਟ ਕਰਨਾ। ਅਸੀਂ ਹਾਰ ਮੰਨ ਸਕਦੇ ਸੀ ਔਰ ਲੋਕ ਸੁਸਾਈਡ ਵੀ ਕਰ ਜਾਂਦੇ ਆ, ਔਰ ਲੋਕਾਂ ਨੇ ਕੀਤਾ। ਮੈਂ ਉਸੇ ਦੁੱਖ ਨੂੰ ਹੀ ਸੁੱਖ ਦੇ ਵਿੱਚ ਬਦਲਿਆ ਤੇ ਲੋਕਾਂ ਦੀ ਸੇਵਾ ਸ਼ੁਰੂ ਕਰ ਦਿੱਤੀ।